ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਅੰਨਦਾਤੇ ਦੇ ਸੰਘਰਸ਼ ਦੇ ਵੱਲ ਕਰਾਂਗੇ। ਅੱਜ ਹੋਣ ਵਾਲੀ ਕੇਂਦਰ ਕਿਸਾਨ ਮੀਟਿੰਗ ਨੂੰ ਕੇਂਦਰ ਸਰਕਾਰ ਦੇ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਮੀਟਿੰਗ ਦਾ ਸਮਾਂ ਬਦਲਿਆ ਗਿਆ ਹੈ। ਇਹ ਮੀਟਿੰਗ ਹੁਣ 20 ਜਨਵਰੀ ਭਾਵ ਕੱਲ ਦੁਪਹਿਰ 2 ਵਜੇ ਹੋਵੇਗੀ, ਜਿਸ ਦਾ ਸਮਾਂ 2 ਵਜੇ ਹੈ ਤੇ ਸਥਾਨ ਵੀ ਵਿਗਿਆਨ ਭਵਨ ਹੈ ਤੇ ਉਸ ਦੇ ਵਿੱਚ ਪਹੁੰਚਣ ਵਾਲੇ ਮੰਤਰੀ ਵੀ ਉਹੀ ਹੋਣਗੇ। ਕੱਲ ਦੀ ਬੈਠਕ ਤੋਂ ਇਸ ਕਰਕੇ ਉਮੀਦਾਂ ਨੇ ਕਿਉਂਕਿ ਕੱਲ ਦਾ ਦਿਨ ਕਿਸਾਨੀ ਅੰਦੋਲਨ ਦੇ ਲਈ ਬੜਾ ਅਹਿਮ ਹੈ। ਕੱਲ ਨੂੰ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਬਾਰਡਰਾਂ ਦੇ ਉੱਤੇ ਮਨਾਉਣਾ ਤੇ ਇਸੇ ਦਿਨ ਸੰਕਲਪ ਦਿਹਾੜਾ ਵੀ ਉਹਨਾਂ ਦੇ ਵੱਲੋਂ ਮਨਾਇਆ ਜਾਣਾ ਹੈ। ਤੇ ਨਾਲ ਹੀ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਉਸ ਪਟੀਸ਼ਨ ਦੇ ਉੱਤੇ ਜੋ ਦਿੱਲੀ ਪੁਲਿਸ ਦੇ ਵੱਲੋਂ ਪਾਈ ਗਈ ਸੀ। ਅੱਜ ਵੀ ਦਿੱਲੀ ਪੁਲਿਸ ਦੇ ਨਾਲ ਖਾਸ ਤੌਰ ਤੇ ਉੱਤੇ ਵਿਚਾਰ ਚਰਚਾ ਕੀਤੀ ਹੈ। ਕਿਸਾਨਾਂ ਨੇ ਦਿੱਲੀ ਪੁਲਿਸ ਦੇ ਕੋਲ ਪਹੁੰਚੇ ਸੀ ਪੁਲਿਸ ਦੇ ਸੱਦੇ ਤੋਂ ਬਾਅਦ ਅਤੇ ਕਿਸਾਨਾਂ ਨੇ ਵਿਚਾਰ ਕੀਤੀ ਹੈ ਤੇ ਇਸ ਮੌਕੇ ਦੇ ਉੱਤੇ ਉਹਨੇ ਆਪਣਾ ਰੂਟ ਪਲਾਨ ਜੋ ਕਿਸਾਨ ਪਰੇਡ ਦਾ 26 ਜਨਵਰੀ ਨੂੰ ਹੋਣ ਵਾਲਾ ਉਹ ਦਿੱਲੀ ਦੇ ਪੁਲਿਸ ਦੇ ਜੁਆਇੰਟ ਕਮਿਸ਼ਨਰ ਅਤੇ ਹੋਰ ਵੱਡੇ ਅਧਿਕਾਰੀਆਂ ਨੂੰ ਦੱਸਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਰੂਟ ਪਲਾਨ ਦੱਸ ਕੇ ਆਏ ਹਾਂ ਕਿ ਅਸੀਂ ਦਿੱਲੀ ਦੇ ਵਿੱਚ ਪੂਰੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਸ ਕਿਸਾਨ ਪਰੇਡ ਨੂੰ ਨੇਪਰੇ ਚਾੜਾਂਗੇ ਤੇ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਨਹੀਂ ਹੋਏਗੀ, ਕਿਸੇ ਤਰ੍ਹਾਂ ਦਾ ਕੋਈ ਹਿੰਸਕ ਨਾਰਾ ਨਹੀਂ ਲੱਗੇਗਾ। ਸਿਰਫ ਕਿਸਾਨੀ ਅਤੇ ਦੇਸ਼ ਦੇ ਤਿਰੰਗੇ ਝੰਡੇ ਹੀ ਉਹਨਾਂ ਨੂੰ ਨਜ਼ਰ ਆਉਣਗੇ ਸਾਰੇ ਟਰੈਕਟਰਾਂ ਦੇ ਉੱਤੇ। ਇਸ ਕਰਕੇ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਪਰੇਡ ਕਰਨ ਦੀ ਜਿਹੜੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਤੇ ਇਸ ਮੌਕੇ ਦੇ ਉੱਤੇ ਲੰਬੀ ਚਰਚਾ ਜਿਹੜੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਨਾਲ ਹੋਈ ਹੈ। ਇਸ ਦੇ ਉੱਤੇ ਸੀਨੀਅਰ ਪੱਤਰਕਾਰ ਸ਼ਰਦ ਵਰਮਾ ਹੋਣਾ ਕੋਲ ਚੱਲਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਕੀ ਕੁਝ ਅੱਜ ਵਾਪਰਿਆ ਤੇ ਕੱਲ ਦਾ ਦਿਨ ਕਿਸ ਤਰ੍ਹਾਂ ਦਾ ਹੋਣ ਵਾਲਾ। ਸ਼ਰਦ ਜੀ, ਸਵਾਗਤ ਹੈ ਜੀ। ਕਿਸ ਤਰ੍ਹਾਂ ਵੇਖ ਰਹੇ ਹੋ ਜੋ ਅੱਜ ਸਭ ਤੋਂ ਪਹਿਲਾਂ ਤਾਂ ਮੀਟਿੰਗ ਹੋਈ ਹੈ ਕਿਸਾਨਾਂ ਅਤੇ ਦਿੱਲੀ ਪੁਲਿਸ ਦੇ ਵਿਚਕਾਰ, ਤੇ ਉਸ ਤੋਂ ਬਾਅਦ ਕੱਲ ਦੇ ਦਿਨ ਨੂੰ ਕਿੱਦਾਂ ਵੇਖ ਰਹੇ ਹੋ? ਜੀ ਗਗਨ, ਜੋ ਅੱਜ ਦੀ ਮੀਟਿੰਗ ਕੱਲ ਤੇ ਮੁਲਤਵੀ ਕੀਤੀ ਹੈ ਔਰ ਕੱਲ ਜਿਹੜੀ ਮੀਟਿੰਗ ਹੋਣੀ ਹੈਗੀ ਉਸ ਤੋਂ ਦੇਖੋ ਕੱਲ ਜਿਹੜਾ ਕੱਲ ਜੋ ਬੀਤ ਗਿਆ ਉਸ ਦੌਰਾਨ ਇਹਨਾਂ ਦੇ ਜਿਹੜੇ ਖੇਤੀਬਾੜੀ ਜਿਹੜੇ ਰਾਜ ਮੰਤਰੀ ਹੈਗੇ ਜੀ ਕੈਲਾਸ਼ ਚੌਧਰੀ, ਉਹਨਾਂ ਦਾ ਬਿਆਨ ਉਹ ਉਸੇ ਤਰ੍ਹਾਂ ਤੇ ਆਇਆ ਸੀ ਜਿਵੇਂ ਹਰ ਮੀਟਿੰਗ ਤੋਂ ਪਹਿਲਾਂ ਦਾ ਟ੍ਰੈਂਡ ਰਿਹਾ ਜੀ। ਗੌਰਮੈਂਟ ਵੱਲੋਂ ਜੀ ਇੱਕ ਦਿਨ ਪਹਿਲਾਂ ਕਿਸੇ ਮੰਤਰੀ ਦਾ ਬਿਆਨ ਆ ਜਾਂਦਾ ਕਿ ਵੀ ਕਿਸਾਨ ਜਿਹੜੇ ਹੈਗੇ ਜੀ ਅਸੀਂ ਵੀ ਕਾਨੂੰਨ ਤਾਂ ਵਾਪਸ ਨਹੀਂ ਲੈਣਗੇ, ਸੌਦਾ ਕਰਨ ਨੂੰ ਤਿਆਰ ਹੈਗੇ। ਉਹੀ ਗੱਲ ਇੱਦਾਂ ਲੱਗ ਰਹੀ ਸੀ ਵੀ ਕਿਤੇ ਫਿਰ ਉੱਥੇ ਨਾ ਫਸ ਜੇ ਗੱਲ। ਪਰ ਜਿਵੇਂ ਹੁਣ ਕੱਲ੍ਹ ਤੇ ਮੀਟਿੰਗ ਹੋਈ ਹੈ ਜੀ, ਮੈਨੂੰ ਲੱਗਦਾ ਹੈ ਸ਼ਾਇਦ ਕਿਤੇ ਅਗਰ ਕੱਲ੍ਹ ਦੇਖੋ ਜੀ ਪਵਿੱਤਰ ਦਿਹਾੜਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਹੈਗਾ ਔਰ 10ਵੇਂ ਗੇੜ ਦੀ ਮੀਟਿੰਗ ਹੈ ਜੀ ਔਰ 10ਵੇਂ ਗੁਰੂ ਹੈਗੇ ਜੀ ਆਪਣੇ ਗੁਰੂ ਗੋਬਿੰਦ ਸਿੰਘ ਜੀ। ਅਗਰ ਸਰਕਾਰ ਇਸ ਦਿਨ ਕੋਈ ਵੱਡਾ ਦਿਲ ਦਿਖਾਉਂਦੇ ਕਿਸਾਨਾਂ ਨੂੰ ਔਰ ਪੂਰੇ ਭਾਰਤ ਨੂੰ ਇੱਕ ਇੱਦਾਂ ਦਾ ਤੋਹਫਾ ਦੇ ਦਿੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਕਿ ਵੀ ਅਸੀਂ ਖੇਤੀ ਜਿਹੜੇ ਕਾਨੂੰਨ ਵਾਪਸ ਲੈਂਦੇ ਹਾਂ, ਤਾਂ ਇਸ ਤੋਂ ਵੱਡੀ ਮੈਨੂੰ ਲੱਗਦਾ ਕੋਈ ਗੱਲ ਨਹੀਂ ਹੋਣੀ। ਸ਼ਰਦ ਜੀ, ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਚਾਰ ਦੇਣ ਦੇ ਲਈ। ਤੇ ਹੁਣ ਰੁਕ ਕਰਾਂਗੇ ਅਗਲੀ ਖਬਰ ਦੇ ਵੱਲ। ਸੁਪਰੀਮ ਕੋਰਟ ਦੇ ਵੱਲੋਂ ਗਠਨ ਕੀਤੀ ਗਈ ਕਮੇਟੀ, ਉਸ ਕਮੇਟੀ ਦੀ ਅੱਜ ਪਹਿਲੀ ਬੈਠਕ ਸੀ ਤੇ ਇਸ ਪਹਿਲੀ ਬੈਠਕ ਦੇ ਵਿੱਚੋਂ ਹੀ ਇੱਕ ਵੱਡੀ ਚੁਣੌਤੀ ਹੁਣ ਇਸ ਕਮੇਟੀ ਦੇ ਮੂਹਰੇ ਆ ਖੜੀ ਹੋਈ ਹੈ। ਉਹ ਚੁਣੌਤੀ ਹੈ ਉਹਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਦਾ ਦੌਰ ਚਲਾਉਣਾ ਜੋ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਇਸ ਕਮੇਟੀ ਦਾ ਬਾਈਕਾਟ ਕਰ ਚੁੱਕੀਆਂ ਨੇ। ਕਮੇਟੀ ਦੇ ਅੱਗੇ ਪੇਸ਼ ਹੋਣ ਤੋਂ ਕਿਸਾਨ ਨਾ ਕਰ ਚੁੱਕੇ ਨੇ ਤੇ ਕਿਸਾਨਾਂ ਦਾ ਕਹਿਣਾ ਕਿ ਅਸੀਂ ਕਿਸੇ ਵੀ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਵਾਂਗੇ। ਉਧਰ ਕਮੇਟੀ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਕਰਦਿਆਂ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿਸਾਨ ਸਾਡੇ ਨਾਲ ਬੈਠਣ, ਕਿਉਂਕਿ ਉਹ ਸਾਡੀ ਨਿੱਜੀ ਰਾਏ ਦੇ ਉੱਤੇ ਨਾ ਜਾਣ। ਜੋ ਸਾਡੀ ਨਿੱਜੀ ਰਾਏ ਉਹ ਵੱਖਰੀ ਹੈ, ਪਰ ਜੋ ਇਸ ਮੀਟਿੰਗ ਦੇ ਵਿੱਚ ਜੋ ਕਿਸਾਨਾਂ ਦੀ ਗੱਲਬਾਤ ਕਮੇਟੀ ਨੇ ਸੁਣਨੀ है वो कमेटी निरपक्षता के नाल जिहड़ी जांच पड़ताल पूरे मामले की करेगी। और जो यहाँ नहीं आ सकते क्योंकि इतनी शॉर्ट नोटिस पे दूर दूर के फार्मर ऑर्गेनाइजेशंस या स्टेक होल्डर्स ऑर्गेनाइजेशंस नहीं आ सकते, तो उनसे हम वीडियो कॉन्फ्रेंसिंग करके उनका जो भी मत है वो हम जान लेंगे। ये कमेटी सम्मानीय सुप्रीम कोर्ट ने अपॉइंट की है, किसे अपॉइंट करना नहीं करना वो सुप्रीम कोर्ट के दायरे में आता है। हमें तो बस एक जिम्मेवारी दी है, हम उसे निभाएंगे, पूरी अच्छी तरह निभाएंगे। और जो किसान संगठन आज ये कह रहे हैं कि हम कमेटी से बात नहीं करेंगे, तो हम उनसे विनती करते हैं कि हम किसी पार्टी से नहीं है या गवर्नमेंट के तरफ से भी नहीं आए हैं, हम सुप्रीम कोर्ट की तरफ से आए। हमसे बात करो, आपका जो कहना है हम सुप्रीम कोर्ट तक पहुंचाएंगे और पूरे ईमानदारी से पहुंचाएंगे, तो उन्हें बात करना चाहिए। वी वेलकम देम, वी रिक्वेस्ट देम टू कम एंड स्पीक विद अस।
ਉਧਰ ਕਿਸਾਨੀ ਅੰਦੋਲਨ ਨੂੰ ਲੈ ਕੇ ਸਿਆਸਤ ਵੀ ਪੂਰੇ ਸਿਖਰਾਂ ਦੇ ਉੱਤੇ ਪੱਕੀ ਹੋਈ ਹੈ ਤੇ ਸਿਆਸੀ ਆਗੂ ਵੀ ਵੱਖੋ ਵੱਖਰੇ ਤਰੀਕੇ ਦੇ ਬਿਆਨ ਦੇਣ ਤੋਂ ਪਿੱਛੇ ਨਹੀਂ ਹਟ ਰਹੇ। ਰਾਹੁਲ ਗਾਂਧੀ ਜੋ ਕਿ ਕਾਂਗਰਸ ਦੇ ਵੱਡੇ ਦਿੱਗਜ ਨੇਤਾ ਨੇ, ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਕਿਸਾਨਾਂ ਦੇ ਨਾਮ ਇੱਕ ਬੁਕਲੇਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਖੇਤੀ ਕਾਨੂੰਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਵਿਸਥਾਰ ਦੇ ਨਾਲ ਦੱਸਿਆ ਕਿ ਇਹਨਾਂ ਦਾ ਨੁਕਸਾਨ ਕਿਸਾਨਾਂ ਨੂੰ ਹੋਣ ਵਾਲਾ ਹੈ। ਇਸ ਦੇ ਉੱਤੇ ਕੀ ਕੁਝ ਕਹਿ ਰਹੇ ਨੇ ਰਾਹੁਲ ਗਾਂਧੀ ਉਹ ਸੁਣਾਂਗੇ ਤੇ ਨਾਲ ਹੀ ਵੱਡੇ ਆਗੂ सुरजेवाल भी इस प्रेस कॉन्फ्रेंस ਦੇ ਵਿੱਚ ਮੌਜੂਦ ਰਹੇ ਨੇ, ਉਹਨਾਂ ਦੀ ਵੀ ਸੁਣਾਂਗੇ। देखिए, गवर्नमेंट का अप्रोच है कि एटीट्यूड है कि हमें सब कुछ मालूम है और हमारे खिलाफ जो भी बोलता है वो एंटी नेशनल है, क्रिमिनल है, ये इनकी अप्रोच है। हम जो बोल रहे हैं हमें प्रॉब्लम दिख रही है, कोरोना की हमें प्रॉब्लम दिखी, हमने बोला, गवर्नमेंट हमारा दुश्मन बना देती है। हमने चाइना की बात बोली, गवर्नमेंट हमारा दुश्मन बना देती है। बट हम वार्निंग सिग्नल दे रहे हैं। गवर्नमेंट को यह समझ नहीं आ रही है कि मान लो इन्होंने इन किसानों को दबा भी लिया, मामला वहां नहीं रुकने वाला, एनर्जी कहीं और से निकलेगी, युवाओं से निकलेगी, अनएम्प्लॉयड यंगस्टर से निकलेगी। तो हम वार्निंग दे रहे हैं कि देखिए, आपने हिंदुस्तान के किसानों पर आक्रमण किया है, ये आप मत कीजिए, आप इनकी शक्ति को नहीं पहचान रहे हैं। तो ये रियलिटी, इनकी अप्रोच ही गलत है। ये सीखना नहीं चाहते हैं, ये सोचना नहीं चाहते हैं, ये सिर्फ बोलना चाहते हैं। इनको सिखाया गया है, आरएसएस के लोग उनको सिखाते हैं कि देखो, ना तुम्हें सुनना है ना तुम्हें समझना है, तुम्हें बस बोलना है, और बोलने में ये टॉप ग्रेड है, बट सोचते नहीं है। और देश को चलाने के लिए बोलने से ज्यादा सोचने की जरूरत होती है। Thank you. I'll go one by one. Anup Vajpayee ji from Amar Ujala. उनकी स्टाइल ही नहीं है, अब उनकी स्टाइल ही नहीं है, तरीका ही नहीं है उनकी दूसरी अप्रोच है। हाँ, तो मेरे बोलने से क्या फायदा। ਕਿਸਾਨ ਪਰੇਡ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਕਜੁੱਟ ਕੀਤਾ ਜਾ ਰਿਹਾ ਸਾਰੇ ਕਿਸਾਨਾਂ ਨੂੰ। ਪੰਜਾਬ ਦੇ ਸਮੇਤ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨ ਪਰੇਡ ਦੀਆਂ ਰਿਹਰਸਲਾਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਵਿੱਚੋਂ ਹਰ ਰੋਜ਼ ਵੱਖੋ-ਵੱਖਰੀ ਜਗ੍ਹਾਵਾਂ ਤੋਂ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਅੱਜ ਤਸਵੀਰਾਂ ਵਿਖਾਵਾਂਗੇ ਰੂਪਨਗਰ ਦੀਆਂ, ਜਿੱਥੇ ਰੂਪਨਗਰ ਦੇ ਵਿੱਚ ਵੀ ਇੱਕ ਟਰੈਕਟਰ ਰੈਲੀ ਕੱਢੀ ਗਈ ਅਤੇ ਇਸ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਦੱਸਿਆ ਜਾ ਰਿਹਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਾਰੇ ਕਿਸਾਨਾਂ ਨੂੰ ਇਸ ਰੈਲੀ ਦੇ ਜ਼ਰੀਏ ਲਾਮਬੰਦ ਕਰਨ ਦੀ ਕੋਸ਼ਿਸ਼ ਦੇ ਵਿੱਚ ਆ। ਜੀ, ਜਿਹੜਾ ਕਿਸਾਨ ਜਥੇਬੰਦੀਆਂ ਨੇ 26 ਤਰੀਕ ਨੂੰ ਦਿੱਲੀ 'ਚ ਟਰੈਕਟਰ ਪਰੇਡ ਰੱਖੀ ਆ, ਉਹਦੇ ਸਬੰਧ 'ਚ ਅੱਜ ਸਾਡੇ ਘਨੌਲੀ ਇਲਾਕੇ ਦੇ ਜਿਹੜੇ ਸਮੁੱਚੇ ਟਰੈਕਟਰ ਹੈਗੇ ਆ, ਇਹ ਸਾਰੀ ਅਸੀਂ ਪਰੇਡ ਕੀਤੀ ਆ ਤਾਂ ਕਿ ਲੋਕਾਂ ਨੂੰ ਲਾਮਬੰਦ ਕੀਤਾ ਵੀ ਹਰੇਕ ਬੰਦਾ ਕੋਈ ਉਸ ਦਿਨ 26 ਤਰੀਕ ਨੂੰ ਜਿਹੜਾ ਹੈਗਾ ਆਪਣੇ ਘਰ ਨਾ ਰਹੇ, ਸਾਰੇ ਦਿੱਲੀ ਪਹੁੰਚਣ। ਉਹਦੇ ਲਈ ਸਾਰੇ ਲਾਮਬੰਦ ਕਰਨ ਲਈ ਵੱਡੀ ਗਿਣਤੀ ਜਿਹਨੇ ਟਰੈਕਟਰ ਮਾਲਕ ਆਏ ਆ, ਸਾਰੇ ਟਰੈਕਟਰ ਆਏ ਆ, ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਅਪੀਲ ਵੀ ਕਰਦਾ ਬਈ ਸ਼ਾਂਤੀ ਬਣਾ ਕੇ ਰੱਖਣੀ ਆ, ਆਪਸੀ ਭਾਈਚਾਰਾ ਬਣਾ ਕੇ ਰੱਖਣਾ। ਅਸੀਂ ਜਿਹੜਾ ਅੰਦੋਲਨ ਸੰਘਰਸ਼ਮਈ ਅੰਦੋਲਨ ਚੱਲ ਰਿਹਾ, ਇਹ ਬਿਲਕੁਲ ਸ਼ਾਂਤ ਤਰੀਕੇ ਨਾਲ ਚੱਲਦਾ, ਅੱਗੇ ਵੀ ਸ਼ਾਂਤ ਤਰੀਕੇ ਨਾਲ ਚੱਲ ਰੱਖਣਾ। ਉਧਰ ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਚੋਣ ਕਮਿਸ਼ਨ ਨੂੰ ਜਾ ਕੇ ਮਿਲੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਤੇ ਉਹਨਾਂ ਨੇ ਅਪੀਲ ਕੀਤੀ ਹੈ ਪੰਜਾਬ ਚੋਣ ਕਮਿਸ਼ਨ ਨੂੰ ਕਿ ਉਹਨਾਂ ਦੇ ਵੱਲੋਂ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਦੇ ਹੇਠ ਹੀ ਚੋਣਾਂ ਕਰਵਾਈਆਂ ਜਾਣ। ਹੋਰ ਕਈ ਤਰ੍ਹਾਂ ਦੇ ਇਲਜ਼ਾਮ ਨੇ ਜੋ ਉਹਨਾਂ ਦੇ ਵੱਲੋਂ ਪੰਜਾਬ ਦੀ ਸੱਤਾਧਾਰੀ ਧਿਰ ਦੇ ਉੱਤੇ ਲਗਾਏ ਗਏ ਨੇ। ਕੀ ਕੁਝ ਕਹਿ ਰਹੇ ਨੇ ਹਰਪਾਲ ਸਿੰਘ ਚੀਮਾ, ਉਹ ਸੁਣਦੇ ਹਾਂ। ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਵਾਂਗੇ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ, ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ, ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੀਆਂ ਨੇਗੀਆਂ, ਉਹਨਾਂ ਦੇ ਵਿੱਚ ਮੈਂ ਸਮਝਦਾ ਵੱਡੀ ਪੱਧਰ ਤੇ ਧਾਂਦਲੀ ਹੋਣ ਦੇ ਖਦਸ਼ੇ ਨੇਗੇ ਕਿਉਂਕਿ ਬੜੇ ਲੰਬੇ ਅਰਸੇ ਤੋਂ 3 ਸਾਲ ਤੋਂ ਲੈ ਕੇ 5 ਸਾਲ ਤੱਕ ਜਿਹੜੇ ਹੈਗੇ ਨੇ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਹੈਗੇ ਨੇ ਉੱਥੇ ਤਾਇਨਾਤ ਨੇਗੇ, ਬਹੁਤ ਸਾਰੇ ਜਿਹੜੇ ਸਿਵਲ ਦੇ ਅਧਿਕਾਰੀ ਨੇ ਉਹ ਤਾਇਨਾਤ ਨੇਗੇ ਔਰ ਵੱਡੀ ਪੱਧਰ ਤੇ ਜਿਹੜਾ ਦੇਖਿਆ ਗਿਆ ਕਿ ਜਿਹੜੀਆਂ ਵੋਟਾਂ ਨੇਗੀਆਂ ਇੱਕ ਪਰਿਵਾਰ ਦੀਆਂ ਮੰਨ ਲਓ 10 ਵੋਟਾਂ ਨੇਗੀਆਂ, ਇੱਕੋ ਜਗ੍ਹਾ ਤੇ ਰਹਿੰਦੇ ਨੇਗੇ, ਇੱਕ ਜਗ੍ਹਾ ਤੇ 5 ਵੋਟਾਂ ਨੇ, ਉਸੇ ਦੂਜੀਆਂ 5 ਵੋਟਾਂ ਕਿਸੇ ਹੋਰ ਵਾਰਡ ਦੇ ਵਿੱਚ ਨੇਗੀਆਂ। ਇਹ ਬਹੁਤ ਵੱਡੀ ਪੱਧਰ ਤੇ ਘਪਲਾ ਜਿਹੜਾ ਹੈਗਾ ਉਹ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰ ਵੱਲੋਂ ਕੀਤਾ ਗਿਆ, ਕੈਪਟਨ ਸਾਹਿਬ ਦੀ ਸਰਕਾਰ ਵੱਲੋਂ ਕੀਤਾ ਗਿਆ। ਔਰ ਦੂਜਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਭ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਹੋਇਆ ਹੈਗਾ।
ਥਾਣੇ ਪੁਲਿਸ ਸਟੇਸ਼ਨ ਜਿਹੜੇ ਹੈਗੇ ਨੇ ਉਹ ਠੇਕਿਆਂ ਤੇ ਚੜ੍ਹਦੇ ਨੇਗੇ, ਉਹਨਾਂ ਦੀ ਨਿਲਾਮੀ ਹੁੰਦੀ ਹੈਗੀ। ਸੋ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਜਿਹੜੀਆਂ ਇਲੈਕਸ਼ਨ ਹੋਣੀਆਂ, ਮੈਂ ਸਮਝਦਾ ਉਹ ਨਿਰਪੱਖ ਇਲੈਕਸ਼ਨ ਨਹੀਂ ਹੋ ਸਕਦੀਆਂ, ਉਹ ਬਿਲਕੁਲ ਧਾਂਦਲੀ ਹੋਊਗੀ। ਉਹਦੀ ਜਗ੍ਹਾ ਤੇ ਅਸੀਂ ਮੰਗ ਕਰਕੇ ਆਵਾਂਗੇ ਕਿ ਪੈਰਾਮਿਲਟਰੀ ਫੋਰਸਸ, ਜਿਹਨੂੰ ਆਪਾਂ ਕਹਿੰਦੇ ਸੈਂਟਰ ਦੀਆਂ ਫੋਰਸਸ ਜਿਹੜੀਆਂ ਉਹ ਲਾਈਆਂ ਜਾਣ, ਸੈਂਟਰ ਦੀਆਂ ਏਜੰਸੀਆਂ ਦੇ ਫੋਰਸ ਲਾਈਆਂ ਜਾਣ, ਤਾਂ ਕਿ ਪੰਜਾਬ ਵਿੱਚ ਨਿਰਪੱਖ ਚੋਣਾਂ ਹੋ ਸਕਣ। ਔਰ ਦੂਜੀ ਵੱਡੀ ਗੱਲ ਸੀਗੀ ਕਿ ਜਿਹੜੀ ਵੋਟਾਂ ਦੀ ਗਿਣਤੀ ਆ, ਕਿਉਂਕਿ 14 ਤਰੀਕ ਨੂੰ ਵੋਟਾਂ ਪੈਣੀਆਂ ਨੇਗੀਆਂ ਔਰ 2 ਦਿਨਾਂ ਦਾ ਵਕਫਾ ਰੱਖਤਾ ਕਿ 17 ਨੂੰ ਜਿਹੜੀ ਕਾਊਂਟਿੰਗ ਹੋਣੀ ਆ। ਇਹ ਬਹੁਤ ਵੱਡੀ ਮੈਂ ਸਮਝਦਾ ਇੱਕ ਦਿਖਾਈ ਦੇ ਰਿਹਾ ਕਿ ਬਹੁਤ ਵੱਡਾ ਘਪਲਾ ਜਿਹੜਾ ਹੈਗਾ ਹੋਣ ਜਾ ਰਿਹਾ ਹੈਗਾ। ਪੰਜਾਬ ਦੇ ਲੋਕ ਗਾਇਕ ਅਤੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਦਿੱਲੀ ਦੇ ਵਿੱਚ ਕੀਤੀ ਗਈ, ਜਿਸ ਦਰਮਿਆਨ ਉਹਨਾਂ ਅਰਵਿੰਦ ਕੇਜਰੀਵਾਲ ਸਰਕਾਰ ਦੇ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਵਾਅਦੇ ਪੂਰੇ नहीं ਕੀਤੇ गए। तो इन लोगों को बड़ा हौसला हुआ था, इन्होंने बोला सबसे आम आदमी तो हम ही हैं, शायद कोई, देखो कैसा ड्रामा हुआ, कैसा धोखा हुआ है। मैं उस वक्त देखता था, मुझको लगा कि ये कोई हमारा हमदर्द आ रहा है। तो उन लोगों ने भी, सब लोगों ने सपोर्ट किया इनका सादा सा चेहरा देख के। अब सूरत हाल ये है कि 13,000 करोड़ रुपया बकाया है। हम लोगों ने 13 दिन, उसमें कई कोरोना से पीड़ित भी हो गए हमारे पार्षद, लेकिन इनके कानों तक जू नहीं सकी सीएम साहब के। बाहर आके लेडीज भी थी, कोई बंदा चाय वाय पूछ लेता है और कुछ नहीं तो खुद धरने, बहुत धरने का तो स्पेशलिस्ट है, धरनों में से तो सीएम बने हैं। मैंने देखा सीएम बन के भी खास तरह की रजाई और कंबल होता था, वो कंबल ही वापस दे देता बहनों को, बहन जी इसमें सर्दी काम लगती है। लेकिन ये इन लोगों को पता नहीं, एहसास भी कर जाते हैं पावर में आके, बिल्कुल जो नहीं सकती। अब जो बात मैंने करनी है, 1 हफ्ते से सफाई सेवक प्रोटेस्ट कर रहे हैं, हड़ताल पे हैं, और मैं सुनकर बेनती करता हूं दिल्ली गवर्नमेंट को, स्पेशली सीएम साहब को, कि इनका हक, इनके हकूक, इनका छोटा सा वेतन आप अदा करो, वरना बीजेपी पार्टी उनके समर्थन में बड़े जोर शोर से आ जाएगी, उस प्रोटेस्ट को आंदोलन की शक्ल दे दी जाएगी। ये मेरा नहीं। उधर 10वें पिता ਸਾਹਿਬ श्री गुरु गोबिंद सिंह जी महाराज ਦੀ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ श्री ਅਕਾਲ ਤਖਤ ਸਾਹਿਬ ਤੋਂ श्री गुरु ग्रंथ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਅਲੌਕਿਕ ਨਗਰ ਕੀਰਤਨ ਦੀ ਆਰੰਭਤਾ ਹੋਈ। ਇਸ ਮੌਕੇ ਦੇ ਉੱਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਨਗਰ ਕੀਰਤਨ ਦੇ ਵਿੱਚ ਨਜ਼ਰ ਆਇਆ। ਇਹ ਨਗਰ ਕੀਰਤਨ ਅੰਮ੍ਰਿਤਸਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਵਾਪਸ श्री ਅਕਾਲ ਤਖਤ ਸਾਹਿਬ ਆ ਕੇ ਸਮਾਪਤੀ ਇਸ ਨਗਰ ਕੀਰਤਨ ਦੀ ਹੋਈ ਹੈ। ਤਹੀ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਵਿਖੇ ਭਾਵ ਲਿਓ। ਐਸੇ ਦੀਨ ਦਿਆਲ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਹਰ ਸਾਲ ਮਨਾਉਂਦੀਆਂ ਵਾ। ਸੋ ਇਸ ਵਾਰ ਵੀ ਸਾਨੂੰ ਇਹ ਪਾਵਨ ਜਨਮ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸੋ ਮੈਂ ਇਸ ਅਵਸਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼ਬਦ ਚੌਂਕੀ ਜਥਾ ਗੁਰਦੁਆਰਾ ਸ਼ਹੀਦਗੰਜ ਵੱਲੋਂ ਸਮੂਹ ਜਥੇ ਵੱਲੋਂ ਸਮੂਹ ਸੰਗਤਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਔਰ ਬੇਨਤੀ ਕਰਦਾ ਹਾਂ ਕਿ ਇਸ ਅਵਸਰ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਵਾਸਤੇ ਅੰਮ੍ਰਿਤ ਛਕੋ, ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜ ਕੇ ਇਸ ਜੀਵਨ ਦਾ ਲਾਹਾ ਲਓ। ਅੱਜ ਦੇ ਦਿਨ ਸਾਰੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੁੱਚੇ ਸਿੰਘ ਸਾਹਿਬਾਨ ਵੱਲੋਂ ਹੈੱਡ ਗ੍ਰੰਥੀ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਜੀ, ਜਿਹੜੇ ਕਿਸੇ ਰੁਝੇਵੇਂ ਕਰਕੇ ਅੱਜ ਨਗਰ ਕੀਰਤਨ ਵਿੱਚ ਸ਼ਾਮਲ ਨਹੀਂ ਹੋਏ, ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ। ਸਮੁੱਚਾ ਸ਼੍ਰੋਮਣੀ ਕਮੇਟੀ ਦਾ ਸਟਾਫ, ਜਨਰਲ ਸਕੱਤਰ ਅਤੇ ਨਾਲ ਸਕੱਤਰ ਸਾਹਿਬਾਨ, ਮੈਨੇਜਰ ਸਾਹਿਬਾਨ, ਦਰਬਾਰ ਸਾਹਿਬ ਦੇ ਭਾਈ ਮੁਖਤਿਆਰ ਸਿੰਘ ਜੀ, ਉਹਨਾਂ ਵੱਲੋਂ ਵੀ ਆਪ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਜੀ। ਅਸੀਂ ਗੁਰੂ ਮਹਾਰਾਜ ਦੇ ਚਲਾਏ ਹੋਏ ਸਿਧਾਂਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ, ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ ਸੰਸਾਰ ਅੰਦਰ ਵਿਚਰੀਏ, ਲੋਕ ਨਾਲ ਪਰਲੋਕ ਸੌਰੇਗਾ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਧਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਆਸਟ੍ਰੇਲੀਆ ਦੇ ਰਾਜਦੂਤ, ਉਹਨਾਂ ਦਾ ਕਹਿਣਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਉਹਨਾਂ ਦੇ ਮਨ ਨੂੰ ਅਲੌਕਿਕ ਸ਼ਾਂਤੀ ਮਿਲੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕਈ ਸਿੱਖ ਮਿੱਤਰ ਨੇ ਜੋ ਅਕਸਰ ਆਮ ਲੋਕਾਂ ਦੀ ਸਹਾਇਤਾ ਕਰਦੇ ਰਹਿੰਦੇ ਨੇ, ਇਸ ਕਰਕੇ ਉਹ ਸਿੱਖ ਕਮਿਊਨਿਟੀ ਦੀ ਇੱਜ਼ਤ ਕਰਦੇ ਨੇ। First time to the Golden Temple, first time to Punjab, first time to Amritsar, and I'm looking forward to seeing more of Punjab as I'm here. So these are in democracies. These are matters for governments. In federations, they're matters for federal, union, and state governments, and it's not for diplomats to comment on. ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।